Good morning, students. Today we will start next chapter International Business Environment. ਬਿਜ਼ਨਸ ਇਨਵਾਇਰਮੈਂਟ ਕੀ ਹੈ, ਇਸ ਦੇ ਕੀ ਕੰਪੋਨੈਂਟ ਸੀ, ਦੋ ਮਾਈਕਰੋ ਅਤੇ ਮੈਕਰੋ, ਉਹ ਆਪਾਂ ਡਿਸਕਸ ਕਰ ਚੁੱਕੇ ਸੀ। ਬਟ ਹੁਣ ਆਪਾਂ ਕਿਹੜੇ ਲੈਵਲ 'ਤੇ ਕਰਾਂਗੇ, ਇੰਟਰਨੈਸ਼ਨਲ ਲੈਵਲ 'ਤੇ ਸਟੱਡੀ ਕਰਾਂਗੇ ਬਿਜ਼ਨਸ ਇਨਵਾਇਰਮੈਂਟ ਦੀ। ਸੋ ਫਸਟਲੀ ਵੀ ਕੈਨ ਸੇ ਦੈਟ ਇੰਟਰਨੈਸ਼ਨਲ ਇਨਵਾਇਰਮੈਂਟ ਇਜ਼ ਗੋਇੰਗ ਥਰੂ ਅ ਹਿਸਟੋਰੀਕਲ ਟਰਾਂਸਫੋਰਮੇਸ਼ਨ. We are moving away from a world in which national economies were relatively isolated from each other by different barriers towards a world. ਆਪਾਂ ਨੂੰ ਪਤਾ, ਦੇਖੋ ਆਪਾਂ ਕੀ ਹੋ ਰਹੇ ਹਾਂ, ਡੇ ਟੂ ਡੇ ਇੰਟਰਨੈਸ਼ਨਲ ਲੈਵਲ 'ਤੇ ਕੀ ਹੋ ਰਿਹਾ, ਕੋਰੀਲੇਸ਼ਨ ਕਰ ਰਹੇ ਹਾਂ, ਇੱਕ ਤਰ੍ਹਾਂ ਦਾ ਨਾ ਰਿਲੇਸ਼ਨਸ਼ਿਪ ਕ੍ਰੀਏਟ ਕਰ ਰਹੇ ਹਾਂ। ਤਾਂ ਉਸ ਚੀਜ਼ ਦੇ ਵਿੱਚ ਆਪਾਂ ਕਿਸ ਚੀਜ਼ ਦੀ ਸਟੱਡੀ ਕਰਾਂਗੇ, ਇੰਟਰਨੈਸ਼ਨਲ ਇਨਵਾਇਰਮੈਂਟ ਦੀ। ਦ ਐਮਰਜਿੰਗ ਗਲੋਬਲ ਇਕੋਨਮੀ ਕ੍ਰੀਏਟਸ ਅਪੋਰਚੁਨਿਟੀਜ਼ ਫਾਰ ਨਿਊ ਐਂਟਰਪ੍ਰੀਨਿਓਰ ਟੂ ਇਸਟੈਬਲਿਸ਼ ਬਿਜ਼ਨਸਿਸ ਆਲ ਅਰਾਊਂਡ ਦਾ ਵਰਲਡ। ਜਿਉਂ-ਜਿਉਂ ਐਮਰਜਿੰਗ ਇਸ਼ੂਜ਼ ਜਾਂ ਫਿਰ ਐਮਰਜਿੰਗ ਟਰੈਂਡਸ ਹੋ ਰਹੇ ਨੇ ਗਲੋਬਲ ਇਕੋਨਮੀ ਦੇ ਵੱਲ, ਸੇਮ ਹੀ ਕੀ ਹੋ ਰਿਹਾ, ਇੱਕ ਨਿਊ ਐਂਟਰਪ੍ਰੀਨਰਸ ਦੇ ਲਈ ਨਿਊ ਕੀ ਹੋ ਰਹੀਆਂ ਨੇ, ਅਪੋਰਚੁਨਿਟੀਜ਼ ਕ੍ਰੀਏਟ ਹੋ ਰਹੀਆਂ ਨੇ ਕਿ ਉਹ ਕੀ ਕਰੇ, ਆਪਣਾ ਬਿਜ਼ਨਸ ਜਿਹੜਾ ਉਹ ਆਲ ਅਰਾਊਂਡ ਦਾ ਵਰਲਡ ਕ੍ਰੀਏਟ ਕਰ ਸਕੇ। ਇਟ ਆਲਸੋ ਪ੍ਰੈਜੈਂਟਸ ਚੈਲੰਜਸ ਐਂਡ ਥ੍ਰੈਟਸ। ਆਪਾਂ ਨੂੰ ਪਤਾ ਹੈ ਨਾ, ਜਿਵੇਂ ਹੋ ਗਿਆ ਦੇਖੋ ਸਵੋਟ ਐਨਾਲਿਸਿਸ ਵਗੈਰਾ ਹੋ ਗਿਆ, ਸਟਰੈਂਥ ਵੀਕਨੈਸ ਅਪੋਰਚੁਨਿਟੀ ਥ੍ਰੈਟਸ ਵਗੈਰਾ, ਇਹ ਕੀ ਇੱਕ ਤਰ੍ਹਾਂ ਦਾ ਵੀ ਇਸ ਦੇ ਨਾਲ ਇੱਕ ਐਂਟਰਪ੍ਰੀਨਰ ਜਿਹੜਾ ਉਸ ਦੇ ਲਈ ਜਿਹੜੇ ਚੈਲੰਜਸ ਨੇ ਅਤੇ ਥ੍ਰੈਟਸ ਵੀ ਉਹ ਵੀ ਕੀ ਹੋ ਰਹੇ ਨੇ, ਇਨਕਰੀਜ਼ ਹੋ ਰਹੇ ਨੇ। ਕਿਉਂਕਿ ਜਿਹੜੇ ਪਾਸਟ ਈਅਰ ਦੇ ਬਿਜ਼ਨਸ ਮੈਨੇਜਰ ਸੀਗੇ ਜਾਂ ਔਰਗਨਾਈਜੇਸ਼ਨ ਸੀਗੀਆਂ, ਉਹ ਵਰਲਡ ਲੈਵਲ 'ਤੇ ਕੋਈ ਵੀ ਡੀਲਿੰਗ ਨਹੀਂ ਕਰਦੀਆਂ ਸੀ। ਦ ਸਕਸੈਸਫੁਲ ਫਰਮ ਹੈਵ ਟੂ ਕੰਟੀਨਿਊਸਲੀ ਅਪਡੇਟ ਦੇਅਰ ਟੈਕਨੋਲੋਜੀ ਕੀਪਿੰਗ ਪੇਸ ਵਿਦ ਲੇਟੈਸਟ ਟੈਕਨੋਲੋਜੀਕਲ ਡਿਵੈਲਪਮੈਂਟ ਆਲ ਓਵਰ ਦਾ ਵਰਲਡ। ਆਪਾਂ ਨੂੰ ਪਤਾ ਵੀ ਆਪਾਂ ਇੰਟਰਨੈਸ਼ਨਲ ਲੈਵਲ 'ਤੇ ਟਰੇਡ ਕਰ ਰਹੇ ਹਾਂ, ਤਾਂ ਆਪਾਂ ਨੂੰ ਆਪਣੀ ਟੈਕਨੋਲੋਜੀ ਜਿਹੜੀ ਉਹ ਵੀ ਅਪਡੇਟ ਰੱਖਣੀ ਪੈਂਦੀ ਹੈ, ਅਤੇ ਨਾਲ ਆਪਾਂ ਕੀ ਕਹਿ ਸਕਦੇ ਵੀ ਖੁਦ ਨੂੰ ਵੀ ਕੀ ਰੱਖਣਾ ਪੈਂਦਾ, ਅਪਡੇਟ ਰੱਖਣਾ ਪੈਂਦਾ। ਤਾਂ ਇਹ ਕੀ ਸੀ ਆਪਣਾ ਇੰਟਰਨੈਸ਼ਨਲ ਬਿਜ਼ਨਸ ਇਨਵਾਇਰਮੈਂਟ ਦੀ ਇੰਟਰੋਡਕਸ਼ਨ। ਨੈਕਸਟ ਟੋਪਿਕ ਹੀ ਆਪਣੇ ਕੋਲ ਕੰਪੋਨੈਂਟਸ ਕੀ ਨੇ, ਇਕੋਨੋਮਿਕਲ, ਪੋਲੀਟੀਕਲ, ਲੀਗਲ, ਸੋਸ਼ਲ, ਕਲਚਰਲ। ਸੇਮ ਕੰਪੋਨੈਂਟਸ ਆਪਾਂ ਕਿਸ ਦੇ ਵਿੱਚ ਕੀਤੇ ਨੇ, ਬਿਜ਼ਨਸ ਇਨਵਾਇਰਮੈਂਟ ਦੇ। ਤਾਂ ਸੇਮ ਕੰਪੋਨੈਂਟਸ ਕਿਸ ਦੇ ਵਿੱਚ ਨੇ, ਇੰਟਰਨੈਸ਼ਨਲ ਬਿਜ਼ਨਸ ਇਨਵਾਇਰਮੈਂਟ ਦੇ। ਭਾਵੇਂ ਆਪਾਂ ਇੱਕ ਡੋਮੈਸਟਿਕ ਲੈਵਲ 'ਤੇ ਟਰੇਡ ਕਰ ਰਹੇ ਹਾਂ ਜਾਂ ਫਿਰ ਆਪਾਂ ਇੱਕ ਇੰਟਰਨੈਸ਼ਨਲ ਲੈਵਲ 'ਤੇ ਟਰੇਡ ਕਰ ਰਹੇ ਹਾਂ, ਆਪਾਂ ਨੂੰ ਵੀ ਸਾਰੇ ਕੰਪੋਨੈਂਟ ਦੀ ਸਟੱਡੀ ਕਰਨੀ ਪੈਂਦੀ ਹੈ। ਤਾਂ ਫਸਟ ਕੰਪੋਨੈਂਟ ਕੀ ਹੈ, ਪੋਲੀਟੀਕਲ ਇਨਵਾਇਰਮੈਂਟ। Political environment is a very important ingredient or international environment. The multinational companies face a very complex political environment. They have to cope with the policies of more than one nation. ਹੁਣ ਦੇਖੋ ਪੋਲੀਟਿਕਸ ਦੇ ਵਿੱਚ ਕੀ ਆ ਜਾਂਦਾ, ਪੋਲੀਟਿਕਸ ਦੇ ਵਿੱਚ ਆ ਜਾਂਦੇ ਨੇ ਪੋਲਿਸੀਜ਼, ਰੂਲਸ, ਰੈਗੂਲੇਸ਼ਨਸ, ਹੈ ਨਾ, ਬਿਊਰੋਕ੍ਰੇਟਿਕ ਸਿਸਟਮ ਆਪਣੇ ਇੱਕ ਇਕੋਨਮੀ ਦਾ। ਤਾਂ ਕੀ ਕਹਿੰਦੇ ਵੀ ਜੋ ਪੋਲੀਟੀਕਲ ਇਨਵਾਇਰਮੈਂਟ, ਇਹਨੂੰ ਫੇਸ ਕਰਨਾ ਬਹੁਤ ਹੀ ਕੰਪਲੈਕਸ ਟਾਸਕ ਹੈ, ਕਿਉਂਕਿ ਇੱਕ ਤੋਂ ਜ਼ਿਆਦਾ ਨੈਸ਼ਨ ਦੀਆਂ ਪੋਲਿਸੀਜ਼ ਨੂੰ ਅਡੋਪਟ ਕਰਨਾ ਇੱਕ ਲੈਵਲ 'ਤੇ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਕੰਪਲੀਕੇਟਡ ਹੈ ਪ੍ਰੋਸੀਜਰ। ਕਿਉਂਕਿ ਹੁਣ ਆਪਾਂ ਵਰਲਡ ਲੈਵਲ 'ਤੇ ਟਰੇਡ ਕਰ ਰਹੇ ਹਾਂ। ਹੁਣ ਦੇਖੋ ਮੈਂ ਤੁਹਾਨੂੰ ਇੰਸਟੀਟਿਊਸ਼ਨਸ ਕਰਵਾਏ ਸੀਗੇ, ਵਰਲਡ ਬੈਂਕ, IMF, ਉਸ ਤੋਂ ਬਾਅਦ ਆਪਾਂ ਨਾਫਟਾ, ਏਸ਼ੀਆਨ, ਸਾਰਕ, ਇਹ ਕਿੰਨੇ ਇੱਕ ਇੰਟਰਨੈਸ਼ਨਲ ਲੈਵਲ ਦੇ ਇੰਸਟੀਟਿਊਸ਼ਨਸ ਨੇ। ਇੱਥੇ ਇੱਕ ਕੰਟਰੀ ਨਹੀਂ ਕਹਿ ਰਹੇ ਆਪਾਂ ਵੀ ਰਨ ਕਰ ਰਹੇ, ਇੱਥੇ ਬਹੁਤ ਸਾਰੀਆਂ ਕੰਟਰੀਜ਼ ਮਿਲ ਕੇ ਕੀ ਕਰਦੇ ਨੇ, ਬਿਜ਼ਨਸ ਚਲਾਉਂਦੇ ਨੇ। ਤਾਂ ਹਰ ਇੱਕ ਕੰਟਰੀ ਨੂੰ, ਹਰ ਦੂਜੀ ਕੰਟਰੀ ਦੇ ਪੋਲਿਸੀਜ਼ ਨੂੰ ਕੀ ਕਰਨਾ ਪੈਂਦਾ, ਆਪਣੇ ਆਪ ਦੇ ਵਿੱਚ ਅਡੋਪਟ ਕਰਨਾ ਪੈਂਦਾ। ਇੱਕ ਕੀ ਥੋੜ੍ਹਾ ਕਿਤੇ ਨਾ ਕਿਤੇ ਕੀ ਇੱਕ ਕੰਪਲੀਕੇਟਡ ਟਾਸਕ ਹੈ। ਤਾਂ ਦੀਜ਼ ਫਰਮਸ ਹੈਵ ਟੂ ਫੇਸ 3 ਡਿਫਰੈਂਟ ਟਾਈਪਸ ਆਫ ਪੋਲੀਟੀਕਲ ਇਨਵਾਇਰਮੈਂਟ। ਦੇਖੋ ਇਹਨਾਂ ਨੂੰ ਡੋਮੈਸਟਿਕ ਇਨਵਾਇਰਮੈਂਟ ਨੂੰ ਵੀ ਦੇਖਣਾ ਪੈਂਦਾ, ਨਾਲ ਫੋਰਨ ਜਿਹੜੀ ਕੰਟਰੀ ਨਾਲ ਹੀ ਡੀਲ ਕਰ ਰਹੇ ਨੇ, ਅਤੇ ਸੇਮ ਇੰਟਰਨੈਸ਼ਨਲ ਲੈਵਲ 'ਤੇ ਵੀ ਦੇਖਣਾ ਪੈਂਦਾ। So irrespective of whether the environment is domestic, foreign or international, a firm has to remember that the political climate doesn't always remain stationary. Stationary means ਕੀ ਹੈ ਵੀ ਜੋ ਪੋਲੀਟੀਕਲ ਕਲਾਈਮੇਟ ਹੈ, ਇੱਕ ਤਾਂ ਇਹਦੀਆਂ ਜਿਹੜੀਆਂ ਪੋਲਿਸੀਜ਼ ਨੇ, ਇਹਦੇ ਅੰਡਰ ਪੋਲਿਸੀਜ਼ ਆਉਂਦੀਆਂ ਨੇ, ਉਹ ਕਦੇ ਵੀ ਸਟੈਟਿਕ ਨਹੀਂ ਰਹਿੰਦੀਆਂ ਹੈਗੀਆਂ, ਠੀਕ ਹੈ। ਜਾਂ ਆਪਾਂ ਕੀ ਕਹਿ ਸਕਦੇ ਵੀ ਸਾਰੀਆਂ ਕੰਡੀਸ਼ਨਸ ਦੇ ਵਿੱਚ 100% ਨਹੀਂ ਦਿੰਦੀਆਂ। ਕਈ ਵਾਰ ਕਿਸੇ ਸਿਚੁਏਸ਼ਨ ਦੇ ਵਿੱਚ ਕੋਈ ਪੋਲਿਸੀ ਇੰਪਲੀਮੈਂਟ ਹੋ ਸਕਦੀ ਹੈ ਅਤੇ ਕਈ ਵਾਰ ਨਹੀਂ ਵੀ ਹੋ ਸਕਦੀ। ਡਿਊ ਟੂ ਵੈਰੀਅਸ ਇਕੋਨਮਿਕ ਐਂਡ ਪੋਲੀਟੀਕਲ ਰੀਜ਼ਨ, ਰਿਲੇਸ਼ਨ ਬਿਟਵੀਨ ਡਿਫਰੈਂਟ ਕੰਟਰੀਜ਼ ਮੇ ਕੀਪ ਔਨ ਚੇਂਜਿੰਗ। ਕੀ ਕਹਿੰਦੇ ਵੀ ਰਿਲੇਸ਼ਨਸ਼ਿਪ ਹੈ ਜਿਹੜਾ ਉਹ ਡਿਫਰੈਂਟ ਕੰਟਰੀਜ਼ ਦੇ ਵਿੱਚ ਕੀ ਹੁੰਦਾ ਰਹਿੰਦਾ, ਡੇ ਟੂ ਡੇ ਚੇਂਜ ਹੁੰਦਾ ਰਹਿੰਦਾ। ਫਰਮਸ ਕੈਨ ਡੈਰੀਵ ਇਕੋਨਮਿਕ ਬੈਨੀਫਿਟਸ ਵੈਨ ਦਾ ਰਿਲੇਸ਼ਨ ਇੰਪਰੂਵ। ਸਿਰਫ ਉਦੋਂ ਹੀ ਬੈਨੀਫਿਟ ਮਿਲ ਸਕਦਾ ਜਦੋਂ ਰਿਲੇਸ਼ਨ ਜਿਹੜਾ ਉਹ ਕੀ ਹੋ ਜਾਂਦਾ, ਇੰਪਰੂਵ ਹੋ ਸਕਦਾ। ਤਾਂ ਆਪਾਂ ਕੀ ਕਹਿ ਸਕਦੇ ਹਾਂ ਵੀ ਬਿਜ਼ਨਸ ਇਨਵਾਇਰਮੈਂਟ 'ਤੇ, ਇੰਟਰਨੈਸ਼ਨਲ ਬਿਜ਼ਨਸ ਇਨਵਾਇਰਮੈਂਟ 'ਤੇ ਮੋਸਟ ਇੰਪੋਰਟੈਂਟ ਜਿਹੜਾ ਇੰਪੈਕਟ ਆ ਉਹ ਕਿਸ ਚੀਜ਼ ਦਾ ਪੈਂਦਾ, ਪੋਲੀਟੀਕਲ ਇਨਵਾਇਰਮੈਂਟ ਦਾ। ਨੈਕਸਟ ਕੀ, ਰਿਸਕ ਇਨਵੋਲਵਡ ਇਨ ਪੋਲੀਟੀਕਲ ਇਨਵਾਇਰਮੈਂਟ। ਪੋਲੀਟੀਕਲ ਇਨਵਾਇਰਮੈਂਟ ਦੇ ਵਿੱਚ ਕੀ ਕੁਛ ਰਿਸਕ ਹੋ ਸਕਦੇ ਨੇ। ਫਸਟ ਰਿਸਕ ਦੇਖੋ ਆਪਣੇ ਕੋਲ ਕੀ ਹੈ, ਕੌਨਫਿਸਕੇਸ਼ਨ। ਇਸ ਦਾ ਮੀਨਿੰਗ ਕੀ ਹੁੰਦਾ, ਕਈ ਵਾਰ ਜਿਹੜੀਆਂ ਗਵਰਨਮੈਂਟ ਨੇ ਨਾ, ਜਿਵੇਂ ਤੁਸੀਂ ਸਾਰਕ ਦੇ ਵਿੱਚ ਤੁਸੀਂ ਮੈਂਬਰ ਕੰਟਰੀ ਲਾਈਕ ਇੰਡੀਆ, ਜਿਵੇਂ ਸਾਰਕ ਦਾ ਮੈਂਬਰ ਕੰਟਰੀ ਹੈਗੀ ਆਪਣੀ ਇੰਡੀਆ,
ਤਾਂ ਕੀ ਕਰਦੀ ਹੈ ਗਵਰਨਮੈਂਟ, ਕਈ ਵਾਰ ਕੀ ਕਰ ਲੈਂਦੀ ਹੈ ਕਿਸੇ ਚੀਜ਼ ਦੀ ਜਾਂ ਫਿਰ ਕਿਸੇ ਆਪਾਂ ਕਹਿ ਸਕਦੇ ਵੀ ਪੇਟੈਂਟ ਕਾਪੀਰਾਈਟ ਟ੍ਰੇਡਮਾਰਕ ਵਗੈਰਾ ਦੀ ਓਨਰਸ਼ਿਪ ਲੈ ਲੈਂਦੇ ਆ, ਬਟ ਉਸ ਚੀਜ਼ ਦੇ ਉਹਨਾਂ ਨੂੰ ਕੰਪਨਸੇਸ਼ਨ ਨਹੀਂ ਪ੍ਰੋਵਾਈਡ ਕਰਦੀ ਜਾਂ ਫਿਰ ਫੀਸ ਨਹੀਂ ਪ੍ਰੋਵਾਈਡ ਕਰਦੀ, ਫਰੀਲੀ ਲੈ ਲੈਂਦੀ ਹੈ। ਤਾਂ ਉਹ ਇੱਕ ਤਰ੍ਹਾਂ ਦੇ ਕੀ ਰਿਸਕ ਹੈ ਆਪਣੇ ਲਈ। ਜਦੋਂ ਆਪਾਂ ਵਰਲਡ ਲੈਵਲ 'ਤੇ ਟ੍ਰੇਡ ਕਰ ਰਹੇ ਤਾਂ ਕਈ ਵਾਰ ਦੂਜੀ ਕੰਟਰੀ ਦੀ ਗਵਰਨਮੈਂਟ ਜਿਹੜਾ ਉਹ ਆਪਣਾ ਪ੍ਰੋਡਕਟ ਹੈ ਜਿਹੜੀ ਉਸਦੀ ਓਨਰਸ਼ਿਪ ਆਪਣੇ ਤੋਂ ਲੈ ਲੈਂਦੀ ਹੈ, ਬਟ ਆਪਾਂ ਨੂੰ ਉਸਦੇ ਲਈ ਰਿਟਰਨ ਦੇ ਵਿੱਚ ਕੁਛ ਵੀ ਪੇ ਨਹੀਂ ਕਰਦੀ। ਤਾਂ ਉਹ ਕੀ ਬਣ ਜਾਂਦਾ, ਇੱਕ ਰਿਸਕ ਬਣ ਜਾਂਦਾ ਆਪਣੀ ਕੰਟਰੀ ਦੇ ਲਈ। ਤਾਂ ਉਹ ਕੀ ਇੱਕ ਕੌਨਫਿਸਕੇਸ਼ਨ ਦਾ ਕੰਸੈਪਟ ਹੈ। It means that the government of a country takes over the ownership of property from without paying any compensation, और ਚਾਰजेस ਵੀ ਲਿਖ ਸਕਦੇ ਹੋ ਤੁਸੀਂ ਜਾਂ ਫਿਰ ਫੀਸ ਵੀ ਲਿਖ ਸਕਦੇ ਆਪਾਂ ਇੱਥੇ ਕੰਪਨਸੇਸ਼ਨ ਦੇ ਨਾਲ। ਨੈਕਸਟ ਕੀ ਆਪਣੇ ਕੋਲ ਐਕਸਪ੍ਰੋਪ੍ਰੀਏਸ਼ਨ, ਠੀਕ ਹੈ। ਐਕਸਪ੍ਰੋਪ੍ਰੀਏਸ਼ਨ ਕੀ ਹੈ? The government of a host country coerces expressly or in an implied way some company to sell its operations। ਗਵਰਨਮੈਂਟ ਕੀ ਕਰਦੀ ਹੈ, ਹੋਸਟ ਕੰਟਰੀ ਜਿਹੜੀ ਹੁੰਦੀ ਹੈ, ਇੱਕ ਹੁੰਦੀ ਹੈ ਹੋਮ ਕੰਟਰੀ ਅਤੇ ਇੱਕ ਹੁੰਦੀ ਹੈ ਹੋਸਟ ਕੰਟਰੀ। ਹੁਣ ਆਪਾਂ ਇੰਡੀਅਨ ਆ, ਠੀਕ ਹੈ, ਆਪਾਂ ਕੀ ਕਰ ਰਹੇ ਹਾਂ, ਮੰਨ ਲਓ ਕੋਈ US ਦੀ ਕੰਪਨੀ ਨਾਲ ਟਰੇਡ ਕਰ ਰਿਹਾ ਤਾਂ ਆਪਣੀ ਖੁਦ ਦੀ ਜਦੋਂ ਇਕੋਨਮਿਕ ਪ੍ਰੋਡਕਟ ਸੇਲ ਕਰ ਰਹੇ ਹਾਂ ਤਾਂ ਉਹ ਕੀ ਹੈ, ਹੋਸਟ ਕੰਟਰੀ ਹੈ। US ਨਾਲ ਡੀਲ ਕਰ ਰਿਹਾ ਤਾਂ US ਦੀ ਇੱਕ ਹੋਸਟ ਕੰਟਰੀ ਹੈ। ਤਾਂ ਹੋਸਟ ਕੰਟਰੀਜ਼ ਕੀ ਕਰਦੇ ਨੇ ਆਪਣੇ ਨਾਲ, ਕਈ ਵਾਰੀ ਉਹਨਾਂ ਦੀ ਗਵਰਨਮੈਂਟ ਆਪਾਂ ਨੂੰ ਕੀ ਕਰਦੀ ਹੈ, ਕੋਅਰਜ਼ਨ ਕਰਦੀ ਹੈ ਆਪਣੇ ਨਾਲ ਵੀ ਤੁਸੀਂ ਜਿਹੜੇ ਆਪਣੇ ਮੈਕਸੀਮਮ ਟੂ ਮੈਕਸੀਮਮ ਪ੍ਰੋਡਕਟਸ ਨੇ ਜੋ ਆਪਰੇਸ਼ਨਸ ਨੇ ਸੈੱਲ ਕਰੋ। ਤਾਂ ਇਹ ਥੋੜ੍ਹਾ ਜਿਹਾ ਕੰਸੈਪਟ ਹੈ ਜਿਹੜਾ ਐਕਸਪ੍ਰੋਪ੍ਰੀਏਸ਼ਨ ਦਾ, ਇਹ ਕੌਨਫਿਸਕੇਸ਼ਨ ਤੋਂ ਡਿਫਰੈਂਟ ਹੈ, ਕਿਉਂਕਿ ਤੁਹਾਨੂੰ ਕੌਨਫਿਸਕੇਸ਼ਨ ਦੇ ਵਿੱਚ ਤਾਂ ਬਿਲਕੁਲ ਵੀ ਕੰਪਨਸੇਟ ਨਹੀਂ ਦਿੰਦੀ, ਉਹ ਬਿਲਕੁਲ ਵੀ ਕੋਈ ਫੀਸ ਨਹੀਂ ਪ੍ਰੋਵਾਈਡ ਕਰਦੀ, ਬਿਲਕੁਲ ਫਰੀ ਲੈਂਦੀ ਹੈ। ਬਟ ਤੁਹਾਡੇ ਵਿੱਚ ਕੀ ਕਰਦੀ ਹੈ, ਐਕਸਪ੍ਰੋਪ੍ਰੀਏਸ਼ਨ ਦੇ ਵਿੱਚ ਕੀ ਕਰ ਥੋੜ੍ਹੇ ਜਿਹੇ ਚਾਰਜਸ ਪੇ ਕਰ ਦਿੰਦੀ ਹੈ। ਤਾਂ ਇਹ ਵੀ ਕੀ ਆਪਣੇ ਲਈ ਰਿਸਕ ਹੈ। ਨੈਕਸਟ ਕੀ ਹੈ, ਨੈਸ਼ਨਲਾਈਜੇਸ਼ਨ। ਨੈਸ਼ਨਲਾਈਜੇਸ਼ਨ ਕੀ ਹੈ ਵੀ ਜਦੋਂ ਜਿਹੜਾ ਇੰਪੈਕਟ ਹੈ ਜਾਂ ਫਿਰ ਅਫੈਕਟ ਹੈ ਉਹ ਇੰਡਸਟਰੀ ਲੈਵਲ ਤੋਂ ਨਹੀਂ ਰਹਿੰਦਾ, ਕੀ ਹੋ ਜਾਂਦਾ, ਇੱਕ ਆਪਾਂ ਕਹਿ ਸਕਦੇ ਵੀ ਇੱਕ ਇੰਡਸਟਰੀ ਨੂੰ ਛੱਡ ਕੇ ਪੂਰੀ ਦੀ ਪੂਰੀ ਕੀ ਕਹਿ ਸਕਦੇ ਆਪਾਂ ਫਰਮ ਦੇ ਵਿੱਚ ਆ ਜਾਂਦਾ, ਜਾਂ ਫਿਰ ਆਪਾਂ ਕੀ ਕਹਿ ਸਕਦੇ ਹਾਂ ਵੀ ਇੱਕ ਸਿੰਗਲ ਕੰਪਨੀ ਨੂੰ ਛੱਡ ਕੇ ਪੂਰੀ ਦੀ ਪੂਰੀ ਇੰਡਸਟਰੀ ਦੇ ਉੱਪਰ ਆਪਣਾ ਇੰਪੈਕਟ ਹੈ ਉਹ ਪਾ ਦਿੰਦਾ ਹੈ। ਨੈਕਸਟ ਕੀ ਹੈ, ਡੋਮੈਸਟੀਕੇਸ਼ਨ। ਡੋਮੈਸਟਿਕ ਆਪਾਂ ਨੂੰ ਪਤਾ ਹੀ ਹੈ ਨਾ, ਜਦੋਂ ਪ੍ਰਾਈਵੇਟ ਐਂਟੀਜ਼ ਜਿਹੜੀਆਂ ਉਹ ਫਰੀਲੀ ਅਲਾਓ ਕਰਤਾ ਟਰੇਡ ਕਰਨ ਦੇ ਲਈ ਇੰਟਰਨੈਸ਼ਨਲ ਲੈਵਲ 'ਤੇ। ਤਾਂ ਇਸ ਚੀਜ਼ ਨਾਲ ਕੀ ਹੋਏਗਾ, ਆਪਣੀ ਜਿਹੜੀ ਡੋਮੈਸਟਿਕ ਇਕੋਨਮੀ ਉਸ ਚੀਜ਼ ਦੀ ਗਰੋਥ 'ਤੇ ਜਾਂ ਫਿਰ ਟੈਕਨੋਲੋਜੀ 'ਤੇ ਵੀ ਇੰਪੈਕਟ ਪੈਂਦਾ। ਫਸਟ ਦੇਖੋ ਰਿਸਕ ਕੀ ਹੋਗਾ, ਜਨਰਲ ਇੰਸਟੈਬਿਲਿਟੀ ਰਿਸਕ। ਇੰਸਟੈਬਿਲਿਟੀ ਮੈਂ ਕੀ ਕਿਹਾ ਸੀ ਵੀ ਡੇ ਟੂ ਡੇ ਜਿਹੜੀ ਕੰਡੀਸ਼ਨ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ, ਇਕੋਨਮਿਕ ਇਨਵਾਇਰਮੈਂਟ ਸੋਸ਼ਲ ਇਨਵਾਇਰਮੈਂਟ ਚੇਂਜ ਹੁੰਦਾ ਰਹਿੰਦਾ, ਕੋਈ ਵੀ ਚੀਜ਼ ਜਿਹੜੀ ਸਟੇਬਲ ਨਹੀਂ ਰਹਿੰਦੀ। ਓਨਰਸ਼ਿਪ ਕੰਟਰੋਲ ਰਿਸਕ ਦੇਖੋ ਮੈਂ ਦੱਸਿਆ ਸੀ ਕਿ ਗਵਰਨਮੈਂਟ ਕੀ ਕਰਦੀ ਹੈ, ਓਨਰਸ਼ਿਪ ਲੈ ਲੈਂਦੀ ਹੈ ਪ੍ਰੋਡਕਟਸ ਦੀ ਵਿਦਆਊਟ ਪੇਇੰਗ ਐਨੀ ਕੰਪਨਸੇਸ਼ਨ, ਤਾਂ ਉਸ ਚੀਜ਼ ਦਾ ਇੰਪੈਕਟ ਪੈਂਦਾ। ਆਪਰੇਸ਼ਨ ਰਿਸਕ ਕੀ ਦੱਸਿਆ ਸੀ ਮੈਂ ਤੁਹਾਨੂੰ ਵੀ ਕੀ ਕਰਦੀ ਹੈ, ਉਹ ਤੁਹਾਨੂੰ ਕੋਅਰਜ਼ਨ ਕਰਦੀ ਹੈ ਇੰਪਲਾਈਡਲੀ ਐਕਸਪ੍ਰੈਸਲੀ ਹੈ ਨਾ, ਜਾਂ ਰਿਟਨ ਦੇ ਵਿੱਚ ਜਾਂ ਫਿਰ ਐਕਸਪ੍ਰੈਸਲੀ ਕਰਦੀ ਹੈ ਕਿ ਤੁਸੀਂ ਆਪਣੇ ਮੈਕਸੀਮਮ ਟੂ ਮੈਕਸੀਮਮ ਪ੍ਰੋਡਕਟਸ ਜਾਂ ਆਪਰੇਸ਼ਨ ਸੇਲ ਕਰੋ। ਟਰਾਂਸਫਰ ਰਿਸਕ ਆਪਾਂ ਨੂੰ ਪਤਾ ਵੀ ਜਦੋਂ ਆਪਾਂ ਇੰਟਰਨੈਸ਼ਨਲ ਲੈਵਲ 'ਤੇ ਟਰੇਡ ਕਰ ਰਹੇ ਜ਼ਿਆਦਾ ਪਾਵਰ ਕਿਹੜੀ ਕੰਟਰੀ ਕੋਲ ਆ ਜਾਂਦੀ ਹੈ, ਹੋਸਟ ਗਵਰਨਮੈਂਟ ਕੋਲ। ਤਾਂ ਆਲਵੇਜ਼ ਕੀ ਕਰਦੀ ਹੈ, ਉਹ ਤੁਹਾਡੇ ਰਾਈਟਸ ਨੂੰ ਅਚੀਵ ਕਰਨ ਦੇ ਵਿੱਚ ਲੱਗੀ ਰਹਿੰਦੀ ਹੈ, ਠੀਕ ਹੈ। ਤਾਂ ਉੱਥੋਂ ਕਿਤੇ ਨਾ ਕਿਤੇ ਤੁਹਾਨੂੰ ਕੀ ਹੋ ਜਾਂਦਾ, ਟਰਾਂਸਫਰ ਰਿਸਕ ਵੀ ਹੋ ਜਾਂਦਾ ਹੈ। ਨੈਕਸਟ ਕਲਾਸ ਵਿੱਚ ਆਪਾਂ ਟੋਪਿਕ ਕਰਾਂਗੇ ਇੰਡੀਕੇਟਰਸ। ਥੈਂਕ ਯੂ।